अनमोल वचन ਦੇ ਵਿੱਚ ਬੈਠਿਆਂ ਹੋਇਆਂ ਸਾਰੇ ਲੋਕਾਂ ਨੇ ਆਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਦੇਖਣਾ ਚਾਹਿਆ। ਜਦ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਨਾਰਾ ਲਾਇਆ, ਨਾ ਕੋਈ ਹਿੰਦੂ ਨਾ ਮੁਸਲਮਾਨ, ਤੇ ਉਸ ਵਕਤ ਸੁਲਤਾਨਪੁਰ ਲੋਧੀ ਦੇ ਵਿੱਚ ਇਸਲਾਮ ਦਾ ਰਾਜ ਹੋਣ ਕਰਕੇ ਨਵਾਬ ਦੌਲਤ ਖਾਨ ਲੋਧੀ, ਉਹਦੇ ਸਾਰੇ ਸ਼ਾਹੀ ਕਾਜੀ ਜਿਹੜੇ ਸਨ, ਉਹ ਵੀ ਭੱਜੇ ਹੋਏ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਆਏ। ਇਹ ਨਾਨਕ ਤੂੰ ਕੀ ਕਹਿ ਦਿੱਤਾ ਹੈ, ਨਾ ਕੋਈ ਹਿੰਦੂ ਨਾ ਮੁਸਲਮਾਨ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਸੱਚ ਇਹ ਹੈ, ਇਹ ਸਾਰੇ ਸੰਸਾਰ ਵਿੱਚ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਹੀ ਰੂਪ ਹੈ। ਸਾਰੇ ਇਸ ਖਲਕਤ ਦੇ ਵਿੱਚ ਇੱਕੋ ਖਾਲਕ, ਇੱਕੋ ਪਰਮਾਤਮਾ ਵਸਦਾ ਹੈ। ਇਹ ਗੱਲਾਂ ਅਜੇ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਹੋ ਰਹੀਆਂ ਸਨ। ਉਸ ਵਕਤ ਨਮਾਜ਼ ਪੜ੍ਹਨ ਦਾ ਸਮਾਂ ਹੋ ਗਿਆ। ਉਹਨਾਂ ਕਾਜ਼ੀਆਂ ਨੇ ਆਖਿਆ, ਕਹਿਣ ਲੱਗੇ, ਨਾਨਕ ਜੇ ਤੈਨੂੰ ਇਉਂ ਲੱਗਦਾ ਏ ਕਿ ਕੋਈ ਵੀ ਹਿੰਦੂ ਨਹੀਂ ਹੈ, ਕੋਈ ਮੁਸਲਮਾਨ ਨਹੀਂ, ਸਾਰੇ ਇੱਕ ਰੱਬ ਦੇ ਬਣਾਏ ਹੋਏ ਨੇ, ਤੇ ਚੱਲ ਫਿਰ ਤੂੰ ਸਾਡੇ ਨਾਲ ਮਸਜਿਦ ਦੇ ਵਿੱਚ ਜਾ ਕੇ ਨਮਾਜ਼ ਅਦਾ ਕਰ। ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਚੱਲੇ। ਜਦੋਂ ਸਤਿਗੁਰੂ ਚੱਲੇ ਨੇ ਤੇ ਸਾਰੇ ਜਿਹੜੇ ਸ਼ਹਿਰ ਦੇ ਲੋਕ ਨੇ ਇਕੱਠੇ ਹੋ ਕੇ ਵੇਖਣ ਵਾਸਤੇ ਆਏ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਖੱਤਰੀਆਂ ਦੇ ਪੁੱਤਰ ਨੇ, ਉਹ ਕਿਵੇਂ ਜਾ ਕੇ ਮਸਜਿਦ ਦੇ ਵਿੱਚ ਨਮਾਜ਼ ਪੜ੍ਹਨਗੇ। ਤੇ ਉਸ ਵਕਤ ਸਾਰੇ ਜਦੋਂ ਵੇਖਣ ਵਾਸਤੇ ਆਏ ਨੇ, ਸਾਰੇ ਹੈਰਾਨ ਵੀ ਨੇ। ਪਰ ਕੌਣ ਜਾਣੇ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ 9 ਸਾਲ ਦੀ ਉਮਰ ਵਿੱਚ ਉਹਨਾਂ ਪੁਜਾਰੀਆਂ ਦੇ ਵੱਡੇ ਭੁਲੇਖੇ ਨੂੰ ਦੂਰ ਕੀਤਾ। ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਕਾਜ਼ੀਆਂ ਦੇ ਵੱਡੇ ਭੁਲੇਖੇ ਨੂੰ ਦੂਰ ਕਰਨ ਲੱਗੇ ਹਨ। ਜਿਸ ਵਕਤ ਸਾਰੇ ਮਸਜਿਦ ਦੇ ਵਿੱਚ ਜਾ ਕੇ ਨਮਾਜ਼ ਅਦਾ ਕਰਨ ਲੱਗੇ, ਗੁਰੂ ਨਾਨਕ ਸਾਹਿਬ ਮਹਾਰਾਜ ਵੀ ਖੜੇ। ਅੱਗੇ ਅੱਗੇ ਕਾਜ਼ੀ ਜਿਹੜਾ ਉਹ ਨਮਾਜ਼ ਅਦਾ ਕਰਦਾ, ਮਗਰ ਮਗਰ ਬਾਕੀ ਸਾਰੇ ਲੋਕ ਜਿਹੜੇ ਨਮਾਜ਼ ਪੜ੍ਹਦੇ ਪਏ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਖੜੇ ਹਨ। ਮੇਰੇ ਸਤਿਗੁਰੂ ਕੁਝ ਵੀ ਬੋਲੇ ਨਹੀਂ, ਮੇਰੇ ਸਤਿਗੁਰੂ ਨਮਾਜ਼ ਨਹੀਂ ਪੜ੍ਹਦੇ ਪਏ। ਤੇ ਜਦੋਂ ਇਹ ਗੱਲ ਕਾਜ਼ੀ ਵੇਖਦਾ ਪਿਆ, ਨਾਲੇ ਨਮਾਜ਼ ਪੜ੍ਹੀ ਜਾਂਦਾ, ਨਾਲੇ ਬੜੇ ਗੁੱਸੇ ਦੇ ਵਿੱਚ, ਕ੍ਰੋਧ ਦੇ ਵਿੱਚ ਹੈ। ਨਮਾਜ਼ ਪੜ੍ਹੀ ਗਈ। ਨਮਾਜ਼ ਪੜ੍ਹਨ ਤੋਂ ਬਾਅਦ ਉਹ ਕਾਜ਼ੀ ਜਿਹੜਾ ਬੜੇ ਗੁੱਸੇ ਵਿੱਚ ਆਇਆ, ਕਹਿਣ ਲੱਗਿਆ, ਨਾਨਕ ਮੈਨੂੰ ਪਤਾ ਸੀ ਤੂੰ ਸਾਡੇ ਨਾਲ ਨਮਾਜ਼ ਨਹੀਂ ਪੜ੍ਹੇਂਗਾ, ਪਰ ਸੱਚ ਇਹ ਹੈ ਤੂੰ ਸਾਡੇ ਇਸ ਨਮਾਜ਼ ਦੀ, ਸਾਡੇ ਇਸਲਾਮ ਦੀ ਤੋਹੀਨ ਕਿਉਂ ਕੀਤੀ ਹੈ। ਜੇ ਤੂੰ ਨਮਾਜ਼ ਨਹੀਂ ਸੀ ਪੜ੍ਹਨੀ, ਤੂੰ ਉਦੋਂ ਸਾਨੂੰ ਦੱਸ ਦਿੰਦਾ, ਤੂੰ ਇੱਥੇ ਨਾ ਆਉਂਦਾ। ਪਰ ਤੂੰ ਕਹਿ ਕੇ ਵੀ ਸਾਡੇ ਨਾਲ ਨਮਾਜ਼ ਨਹੀਂ ਪੜ੍ਹੀ, ਨਮਾਜ਼ ਅਦਾ ਨਹੀਂ ਕੀਤੀ। ਮਹਾਰਾਜ ਕਹਿਣ ਲੱਗੇ, ਕਹਿੰਦੇ, ਕਾਜੀ ਸਾਹਿਬ ਮੈਂ ਤੇ ਨਮਾਜ਼ ਅਦਾ ਨਹੀਂ ਕੀਤੀ, ਪਰ ਤੁਸੀਂ ਨਮਾਜ਼ ਅਦਾ ਕੀਤੀ ਹੈ। ਉਹ ਕਾਜ਼ੀ ਹੈਰਾਨ ਹੋ ਗਿਆ। ਹੈਰਾਨ ਹੋ ਕੇ ਕਹਿਣ ਲੱਗਿਆ, ਹਾਂ ਮੈਂ ਨਮਾਜ਼ ਸਾਰਿਆਂ ਦੇ ਸਾਹਮਣੇ ਪੜ੍ਹੀ, ਇਹਨਾਂ ਸਾਰਿਆਂ ਨੇ ਦੇਖਿਆ ਕਿ ਮੈਂ ਨਮਾਜ਼ ਪੜ੍ਹਦਾ ਪਿਆ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ, ਕਾਜੀ ਸਾਹਿਬ ਸੋਚ ਕੇ ਦੱਸੋ, ਇਹ ਨਮਾਜ਼ ਕੇਵਲ ਜ਼ੁਬਾਨ ਨਾਲ ਪੜ੍ਹੀ ਜਾ ਰਹੀ ਸੀ, ਇਹ ਤਨ ਦੇ ਨਾਲ ਬਾਰ-ਬਾਰ ਥੱਲੇ ਨੂੰ ਝੁਕਿਆ ਜਾ ਰਿਹਾ ਸੀ, ਪਰ ਅਸਲ ਵਿੱਚ ਤੁਸੀਂ ਨਮਾਜ਼ ਅਦਾ ਕੀਤੀ ਹੈ ਕਿ ਨਹੀਂ ਕੀਤੀ। ਉਹ ਕਾਜ਼ੀ ਚੁੱਪ ਕਰ ਗਿਆ, ਉਹਨੂੰ ਕੋਈ ਜਵਾਬ ਨਾ ਆਇਆ। ਸਤਿਗੁਰੂ ਕਹਿਣ ਲੱਗੇ, ਸੱਚ ਦੱਸੋ ਧਿਆਨ ਕਿੱਥੇ ਗਿਆ ਸੀ। ਤੇ ਕਾਜ਼ੀ ਹੈਰਾਨ ਹੋ ਕੇ ਕਹਿਣ ਲੱਗਿਆ, ਹਾਂ ਨਾਨਕ ਮੇਰਾ ਧਿਆਨ ਘਰ ਦੇ ਵਿੱਚ ਸੂਈ ਹੋਈ ਉਸ ਘੋੜੀ ਦੇ ਵੱਲ ਸੀ ਕਿ ਵਛੇਰੀ ਜਿਹੜੀ ਹੈ ਕਿਤੇ ਖੂਹ ਦੇ ਵਿੱਚ ਨਾ ਡਿੱਗ ਪਵੇ। ਮਹਾਰਾਜ ਕਹਿਣ ਲੱਗੇ, ਕਹਿੰਦੇ, ਤਨ ਇੱਥੇ ਖੜਾ ਏ, ਤਨ ਧਰਮ ਦੇ ਸਥਾਨ ਤੇ ਖੜਾ ਏ, ਮਨ ਫਿਰ ਵੀ ਕਾਰ ਵਿਹਾਰ ਦੇ ਕੰਮਾਂ ਵਿੱਚ ਲੱਗਾ ਹੋਇਆ ਏ, ਫਿਰ ਨਮਾਜ਼ ਤੇ ਤੁਸੀਂ ਵੀ ਅਦਾ ਨਹੀਂ ਕੀਤੀ। ਸਤਿਗੁਰੂ ਕਹਿਣ ਲੱਗੇ, ਕਹਿੰਦੇ, ਨਵਾਬ ਦੌਲਤ ਖਾਨ ਨੂੰ, ਕਹਿੰਦੇ, ਨਮਾਜ਼ ਤੁਸੀਂ ਵੀ ਅਦਾ ਨਹੀਂ ਕੀਤੀ। ਤੇ ਉਹ ਨਵਾਬ ਦੌਲਤ ਖਾਨ ਵੀ ਕਹਿਣ ਲੱਗਿਆ, ਹਾਂ ਨਾਨਕ ਜੀ ਸੱਚਮੁੱਚ ਮੇਰਾ ਵੀ ਧਿਆਨ ਜਿਹੜਾ ਹੈ ਉਹ ਕਾਬਲ ਦੇ ਵਿੱਚ ਘੋੜੇ ਖਰੀਦਣ ਦੇ ਉੱਪਰ ਲੱਗਾ ਹੋਇਆ ਸੀ, ਨਮਾਜ਼ ਤੇ ਮੈਂ ਵੀ ਅਦਾ ਨਹੀਂ ਕਰ ਸਕਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਧਰਮ ਦੇ ਲੋਕਾਂ ਦਾ ਪਾਜ ਉਘੇੜ ਕੇ ਦੁਨੀਆ ਦੇ ਸਨਮੁਖ ਰੱਖ ਦਿੱਤਾ। ਤੇ ਉਸ ਵਕਤ ਨਵਾਬ ਦੌਲਤ ਖਾਨ ਨੇ ਬੜਾ ਜ਼ੋਰ ਲਾਇਆ, ਨਾਨਕ ਜੀ ਤੁਸੀਂ ਆਪਣੀ ਨੌਕਰੀ ਦੇ ਉੱਪਰ ਦੁਬਾਰਾ ਆ ਜਾਓ। ਮਹਾਰਾਜ ਕਹਿਣ ਲੱਗੇ, ਨਹੀਂ ਹੁਣ ਮੈਂ ਸਾਰਾ ਕੁਝ ਤਿਆਗ ਦਿੱਤਾ ਹੈ, ਹੁਣ ਇਹ ਸੰਸਾਰ ਨੂੰ, ਜਗਤ ਜਲੰਦੇ ਨੂੰ ਤਾਰਨ ਵਾਸਤੇ ਜਾਣਾ ਹੈ। ਮੁੜ ਗੁਰੂ ਨਾਨਕ ਸਾਹਿਬ ਮਹਾਰਾਜ ਜਾ ਕੇ ਉਸ ਸ਼ਮਸ਼ਾਨ ਘਾਟ ਵਿੱਚ ਬੈਠ ਗਏ। ਮੇਰੇ ਸਤਿਗੁਰੂ ਸਾਹਿਬ ਜੀ ਨੇ
गेरू रंग के कपड़े संवाले, जिन्हों भाई गुरदास साहब कहते ने बाबे भेख बनाया उदासी की रीत चलाई। भाव उदासियां वाले कपड़े, गेरू रंग के कपड़े पहने। ਉਹਦੇ दो कारण सन। एक ये कारण कि उस वक्त दे भारत के लोग जिहड़े सन सनातन मत वाले, जिहड़े उदासी सन, वो गेरू रंग के कपड़े पहनिया करते सन ते लोग पहचान लेंदे सन कि ये कोई साधु पुरुष है, कोई धर्मी पुरुष है। गुरु नानक साहब महाराज जी ने भी ऐसे कपड़े पहने जिन्हां करके पता लग सके कि ये धर्मी पुरुष है। दूसरा, बड़े लम्मे सफ़र ते जाना, बड़े लम्मे पंध ते जाना है, तो उन्हां पंधां दे विच गेरू रंग के कपड़े बार बार जल्दी दे नाल, छेती दे नाल धोण की लोड़ कोई नहीं पैंदी। सतगुरु साहब ने गेरू रंग के कपड़े संवाले। गुरु नानक साहब महाराज ने भाई मरदाना जी नूं कहा, मरदानिया आपां इस जगत जलंदे नूं तारन वास्ते जाना है। मरदाना कहन लग्या, महाराज अज तक तुहाडा हर हुक्म सिर मत्थे सत करके मन्निया, जिवें तुसीं हुक्म करो। महाराज कहन लगे, दुनिया नूं तारन वास्ते ते जाना है ते ओहदे वास्ते आपां कीर्तन करना है, कीर्तन करन वास्ते रवाब चाहिदी है। कहन लग्या, महाराज रवाब मेरे कोल घर विच होवेगी, मैं लै आवांगा। सतगुरु कहंदे ने, नहीं, सच ये है जिहड़ी रवाब तेरे घर विच है ਉਹਦੇ ਨਾਲ तू लोगों की उस्तत की है। तू लोगों की उस्तत कर करके गाया है, लोगों की उस्तत गा गा के पैसे इकट्ठे करता रहा, मैनू उस रवाब की लोड़ नहीं। ਜਿਹੜੀ रवाब लोगों की उस्तत करती होवे ਉਹ रब की उस्तत कदाचित वास्ते नहीं कर सकती। ये सतगुरु ने साडे वास्ते संकेत दे के समझाया कि सच ये है ਜਿਹੜੀਆਂ ਜ਼ੁਬਾਨਾਂ केवल संसार के लोगों की उस्तत करदियां ने, वो निरंकार की उस्तत नहीं कर सकदियां। ਜਿਹੜੀਆਂ लोगों ਦੀਆਂ ਫੋਕੀਆਂ ਵਡਿਆਈਆਂ ਕਰਨ ਵਿੱਚ ਲੱਗੀਆਂ ਹੋਈਆਂ, महाराज कहंदे वो नहीं चाहिए। कहंदा सतगुरु फिर महाराज कहंदे नवीं रवाब चाहिए है। कहंदा महाराज पैसे। सतगुरु कहंदे पैसे जा भैन नानकी दे कोलों लै जा। भैन दा जाके दरवाज़ा खड़काया, भैन नूं कहा कि भैन वीर नानक जी ने भेजिया है, कहंदे कि पैसे चाहिए, रवाब लैके आउणी है। नानकी जी ने एक बचन कहा, कहन लगे, मरदानिया रवाबां जिन्नियां आखें, जिन्ने पैसे कह मैं दे देंगी, पर एक बार उस जगत गुरु नानक साहब महाराज नूं कहो कि भैन नानकी दर्शन करना लोचदी है। जे मैनू गुरु नानक साहब दर्शन दे दें तो जिन्नियां रवाबां कह मैं तेरे उपर दी वार देंगे। फिर भी गुरु नानक साहब महाराज जी के कहे मुताबक भैन नानकी ने पैसे दिते। भाई मरदाना जी उस वक्त रवाब लैण वास्ते गए तो रवाब भाई फरंदे दे कोलों लैण वास्ते गए। फरंदे दे कोल अगे भी आउणा जाना लगा रहिंदा सी, इस करके लगा रहिंदा सी क्योंकि भाई मरदाना जी का पेशा ही ये है रवाब वजा के पैसे इकट्ठे करने, तो आउणा जाना लगा होने करके फरंदे ने पहचान लिया कि ये मरदाना है। तो उस वक्त कहन लगे, मरदानिया ये रवाब तेरे वास्ते। मरदाना कहंदा ये रवाब नहीं चाहिए, चंगी लैनी है। वो कहन लगे, कहंदा जी चंगी तेरे वस की गल नहीं। करदियां करदियां भाई मरदाना जी ने सामने टंगी एक रवाब वाल ध्यान दिता। कहन लगे चंगी रवाब लैनी है। तो उस वक्त फरंदा कहन लगे, कहंदा नहीं मरदानिया इसकी कीमत बहुत है। कहंदा जी किन्नी कीमत होवे, जिन्नी भी होवे मैं तार देंगा, पर यही रवाब लैनी है। फरंदा कहन लग्या बहुत कीमत है, तू तार नहीं सकदा। करदियां करदियां मरदाना जिद पै गया। फरंदा कहंदा मैं रवाब देनी कोई नहीं, मरदाना कहंदा मैं लैनी ये है। उस वक्त भाई फरंदा कहन लग्या, कहंदा मरदानिया ये रवाब तेरे वास्ते नहीं। कहंदा फिर किहदे वास्ते है? कहंदा ये रवाब जगत गुरु नानक साहब महाराज वास्ते है। उस वक्त भाई मरदाना जी दियां अखां दे विचों नीर वह तुरया। कहन लगे फरंदिया फिर जिहदे वास्ते तू रवाब रखी है ना, मैनू उसे गुरु नानक ने रवाब लैण वास्ते भेजिया है। भाई फरंदा जी ने रवाब अर्पण की। अर्पण करके उही बेनती की जिहड़ी बेनती नानकी जी ने की सी कि गुरु नानक साहब महाराज नू कहो एक बारी दर्शन जरूर दे देवे। मरदाना बड़ा हैरान होया। नानकी भी कहंदे ने कि एक बारी दर्शन दे देवे। उस वक्त
ये भाई फरंदा भी कहता है कि गुरु नानक साहब महाराज नूं कहो एक बारी दर्शन दे देवे। ऐसा की है गुरु नानक साहब महाराज जी के दर्शनां दे विच जदों सतगुरु की पवित्र गुरबाणी नूं पढ़िया, महाराज कहंदे ने गुरु नानक जिन सुनिया पेखिया से फिर गरबास ना भरिया रहे। जिन्हां ने गुरु नानक साहब महाराज जी के दर्शन कर ले, जिन्हां ने गुरु नानक साहब महाराज नूं मान लिया, वो दोबारा दोबारा कदे जम्मण मरण के चक्रां विच नहीं पैंदे। रवाब लैके आया भाई मरदाना। गुरु नानक साहब महाराज ने तैयारी की, अपने परिवार नूं भैन नानकी दे सपुरद किया ते सपुरद करके भाई जय राम जी भैन नानकी ते अपने सारे परिवार नूं उत्थे करके, भावें कि भैन नानकी ने कहा आ तेरे छोटे छोटे दो पुत्र श्री चंद लक्ष्मी दास, इन्हां वल वेख, इन्हां दी जिंदगी किवें बतीत होवेगी। ते उस वक्त गुरु नानक साहब महाराज कहंदे ने भैन सच ये है तू दोवां दी चिंता करदी है, आ देख सारे मेरे पुत्र है ये किवें कुरला रहे ने, मैनू इन्हां सारियां दी फिक्र है। मूल चंद जी ने सहुरा जिहड़े लगदे सन सतगुरु दे, उन्हां ने बड़े बोल भी बोले, पर महाराज ने सारा कुछ जरिया ते गुरु नानक साहब महाराज नाल भाई मरदाने नूं लैके सतगुरु साहब उदासी करन वास्ते तुर पे हन, भाव प्रचार करन वास्ते तुरे। सुल्तानपुर लोधी दी धरती तो चले ते उस वक्त सतगुरु दी बाणी नूं पुछया जाए महाराज तुसीं उदासी करन चले, की करन वास्ते, की मकसद की है तुहाडा उदासियां ते जाण दा। सतगुरु कहंदे ने मैं भले पुरुषां दी खोज करन वास्ते चलिया हाँ। सतगुरु किहड़े भले पुरुष? महाराज कहंदे ने गुरमुख खोजत भय उदासी। कहंदे मैं गुरमुखां दी खोज करन वास्ते, भले पुरुषां दी खोज करन वास्ते सचमुच संसार दे कोने कोने विच चलिया हाँ। ते सतगुरु ने सचमुच थां थां ते जाके उन्हां भले पुरुषां नूं लभ्या। सतगुरु ने सचमुच भले पुरुष पैदा कीते, सतगुरु ने सचमुच भले पुरुष बनाए ते मेरे गुरुदेव ने ये सारे कारज सतगुरु ने कीते। सुल्तानपुर लोधी दी धरती तो चले, सारियां तो पहला अपना फैसला अपने माता पिता नूं सुनाउण वास्ते सतगुरु साहब तलवंडी वाले पासे नूं चले। तलवंडी जाके भाई मरदाना जी नूं कहा मरदानिया तू अपने घर दे विच जाके अपने माता पिता नूं ये फैसला सुना के आ। मैं अपने माता पिता नूं अपने परिवार के मैंबरां नूं ये फैसला सुना के आवां। भावें मेहता कल्याण दास जी माता तृप्ता जी बजुर्गी हालत विच हो चुके ने। उन्हां कहा पुत्रा तू घर विच बैठ कोई काम ना कर, असीं इन्ने जोगे हाँ कि असीं तैनूं खवा सकदे हां, पर तू सानू बंडेपे विच किते छड्ड के ना जा। महाराज कहन लगे कहंदे आ संसार कुरला रहा है, इनू तारना अति जरूरी है। महाराज जी दे सामने घर दीयां भावनावां जड़ियां सन उन्हां दा भी सतगुरु ते कोई असर ना होया, पर तपदे हुए संसार नूं ठारन वास्ते गुरु नानक साहब महाराज तुरे। मरदाना जी भी सतगुरु दे नाल तुरे। मेरे गुरुदेव चल के थां पर थां मेरे गुरुदेव सच दा प्रचार करन वास्ते गए ते सारियां तो पहली उदासी गुरु नानक साहब महाराज जी ने जिहड़ी आरंभ कीती वो पूर्व वाले पासे सी, भाव सनातन मत दे सारे तीर्थां वाले पासे। सतगुरु लाहौर दे विच गए जिथे उस वक्त दुनी चंद रहिंदा है, जिन्हें अपने घर दे उपर 7 झंडे गड्ढे हुए ने। 7 झंडियां दा भाव यह है कि वह 7 लाख दा मालिक है। ते सचमुच गुरु नानक साहब महाराज नूं मिलिया। महाराज ने निक्की जी सूई दे के उपदेश देने का यतन किया। कहन लगे महाराज कहंदे तेरे कोलों अगले जन्म विच लै लवांगे। जदों घर गया, घर दे विचों पत्नी ने इस्त्री ने घर वाली ने कहा कि अगले जन्म विच सूई किवें नाल जाएगी, अगे किवें जावेगी। ते जान के गुरु नानक साहब महाराज नूं कहंदा महाराज ये सूई तुसीं अपनी वापस लै लवो क्योंकि ये नाल नहीं जाएगी। महाराज कहन लगे कहंदे गरीब गुरदे लोगों का जिहड़ा धन पदार्थ इकट्ठा करके बैठा होया कि ये सारा कुछ नाल जाएगा, ये भी तो नाल नहीं जाना। उन्होंने समझ आ गई कि सचमुच ये इकट्ठा किया होया धन पदार्थ ये भी नाल नहीं जाना। मेरे सतगुरु जिथे जिथे गए मेरे गुरुदेव ने संसार के लोगों नूं शब्द दे नाल तारिया। भाई मरदाना जी
ਰਵਾਬ ਵਜਾਉਂਦੇ, ਗੁਰੂ ਨਾਨਕ ਸਾਹਿਬ ਮਹਾਰਾਜ ਕੀਰਤਨ ਕਰਦੇ ਤੇ ਕੀਰਤਨ ਦੇ ਨਾਲ ਸੰਸਾਰ ਦੇ ਲੋਕਾਂ ਦਾ ਉਧਾਰ ਕਰਦੇ ਹਨ। ਤਾਂ ਹੀ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਮੁਬਾਰਕ ਬੋਲ ਕੇ ਕਹਿੰਦੇ ਸਤਿਗੁਰੂ ਨੇ ਕੀ ਕੀਤਾ, ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੂਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਐਸਾ ਕਾਰਜ ਕੀਤਾ ਕਿ ਘਰ ਘਰ ਦੇ ਵਿੱਚ ਧਰਮਸ਼ਾਲ ਬਣਾ ਦਿੱਤੀ, ਘਰ ਘਰ ਦੇ ਵਿੱਚ ਧਰਮਸ਼ਾਲਾ ਪੈਦਾ ਕਰ ਦਿੱਤੀ, ਹਰ ਘਰ ਵਿੱਚ ਕੀਰਤਨ ਹੋਣਾ ਸ਼ੁਰੂ ਹੋਇਆ। ਤੇ ਸਤਿਗੁਰੂ ਜਦੋਂ ਇਹ ਸੰਸਾਰ ਵਿੱਚ ਪ੍ਰਗਟ ਹੋਏ, ਇਦਾਂ ਸਤਿਗੁਰੂ ਨੇ ਸੰਸਾਰ ਨੂੰ ਜਦੋਂ ਤਾਰਨਾ ਸ਼ੁਰੂ ਕੀਤਾ, ਉਹਨਾਂ ਹੀ ਮੁਬਾਰਕ ਬੋਲਾਂ ਦੇ ਬਾਰੇ ਭਾਈ ਗੁਰਦਾਸ ਸਾਹਿਬ ਨੇ ਕਿਹਾ ਸੀ, ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਪਲੂਆ। ਗੁਰੂ ਨਾਨਕ ਸਾਹਿਬ ਮਹਾਰਾਜ ਸੂਰਜ ਦੀ ਤਰ੍ਹਾਂ ਨਿਕਲੇ ਤੇ ਜਿਹੜੇ ਪਾਪਾਂ ਰੂਪੀ ਤਾਰੇ ਸਨ ਉਹ ਸਾਰੇ ਛਿਪ ਗਏ। ਗੁਰੂ ਨਾਨਕ ਸਾਹਿਬ ਮਹਾਰਾਜ ਸੂਰਜ ਦੀ ਤਰ੍ਹਾਂ ਨਿਕਲੇ ਤੇ ਸੱਚਮੁੱਚ ਉਸ ਵਕਤ ਜਿੰਨੇ ਕੂੜ ਹਨੇਰਾ ਚਾਰੇ ਪਾਸੇ ਪਸਰਿਆ ਹੋਇਆ ਸੀ, ਉਹ ਸਾਰੇ ਦਾ ਸਾਰਾ ਕੂੜ ਹਨੇਰਾ ਜਿਹੜਾ ਛੁਪ ਗਿਆ। ਜਿੱਥੇ ਭਾਈ ਗੁਰਦਾਸ ਸਾਹਿਬ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਹਨ ਉਹ ਸੂਰਜ ਦੀ ਤਰ੍ਹਾਂ ਨਿਕਲੇ, ਉੱਥੇ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਕ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬਚਨਾਂ ਦੇ ਮੁਤਾਬਕ ਸਤਿਗੁਰੂ ਦੀਪਕ ਦੀ ਤਰ੍ਹਾਂ ਵੀ ਜਗੇ। ਭਾਵ ਜਦੋਂ ਸੂਰਜ ਨਿਕਲਦਾ ਹੈ ਤੇ ਸੂਰਜ ਦੀਆਂ ਕਿਰਨਾਂ ਸਾਰੇ ਪਾਸੇ ਪਸਰਦੀਆਂ ਨੇ, ਵੱਡੇ ਵੱਡੇ ਪਹਾੜਾਂ ਤੇ ਪੈਂਦੀਆਂ, ਵੱਡੇ ਸਮੁੰਦਰਾਂ ਤੇ ਪੈਂਦੀਆਂ, ਸਾਰੀ ਧਰਤੀ ਤੇ ਪੈਂਦੀਆਂ। ਤੇ ਭਾਵ ਕਿ ਇੱਕ ਪਹਾੜਾਂ ਦੀ ਗੁਫਾ ਵੀ ਹੈ, ਜਿਹੜੀ ਗੁਫਾ ਦੇ ਵਿੱਚ ਕਦਾਚਿਤ ਵਾਸਤੇ ਸੂਰਜ ਦੀਆਂ ਕਿਰਨਾਂ ਨਹੀਂ ਪਹੁੰਚ ਸਕਦੀਆਂ। ਫਿਰ ਉੱਥੇ ਕੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਗਿਆਨ ਨਹੀਂ ਪਹੁੰਚਿਆ ਹੈ। ਤਾਂ ਹੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਦੀਪਕ ਵੀ ਕਿਹਾ ਕਿ ਪਹਾੜਾਂ ਦੀਆਂ ਗੁਫਾ ਦੇ ਵਿੱਚ ਦੀਪਕ ਦੀ ਰੋਸ਼ਨੀ ਹੁੰਦੀ ਹੈ। ਤੇ ਉਹਨਾਂ ਨੇ ਕਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਰਥਾਏ ਕਹਿੰਦੇ ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇੱਕ ਨਾਮ ਧਰਮ। ਭਾਵ ਗੁਰੂ ਨਾਨਕ ਸਾਹਿਬ ਮਹਾਰਾਜ ਸੂਰਜ ਦੀ ਤਰ੍ਹਾਂ ਚਮਕੇ, ਗੁਰੂ ਨਾਨਕ ਸਾਹਿਬ ਮਹਾਰਾਜ ਪਹਾੜਾਂ ਦੀਆਂ ਉਹਨਾਂ ਗੁਫਾ ਤੱਕ ਪਹੁੰਚੇ ਜਿੱਥੇ ਦੀਪਕ ਜਾਂਦਾ ਹੈ, ਤੇ ਮਹਾਰਾਜ ਨੇ ਦੀਪਕ ਦੀ ਤਰ੍ਹਾਂ ਵੀ ਦੁਨੀਆ ਨੂੰ ਤਾਰਿਆ ਹੈ। ਤੇ ਇੱਥੋਂ ਤੱਕ ਕਹਿ ਦਿੱਤਾ ਭਾਈ ਗੁਰਦਾਸ ਸਾਹਿਬ ਜੀ ਨੇ ਕਿ ਸਿੰਘ ਬੁੱਕੈ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੁਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਸ਼ੇਰ ਦੀ ਤਰ੍ਹਾਂ ਗਰਜੇ, ਜਿਹੜੇ ਉਦੋਂ ਜ਼ੁਲਮ ਕਰਨ ਵਾਲੇ ਪਖੰਡੀ ਲੋਕ ਹਿਰਨਾਂ ਦੀਆਂ ਡਾਰਾਂ ਬਣ ਕੇ ਇਦਾਂ ਦੌੜੇ ਕਿ ਉਹਨਾਂ ਨੂੰ ਖੜਦਿਆਂ ਨੂੰ ਕੋਈ ਥਾਂ ਨਹੀਂ ਮਿਲ ਸਕਿਆ। ਭਾਵ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਕੋਈ ਟਿਕ ਨਹੀਂ ਸਕਿਆ, ਚਾਹੇ ਉਹ ਧਰਮਾਂ ਦੇ ਪਖੰਡੀ ਆਗੂ ਹੋਣ, ਚਾਹੇ ਦੁਨੀਆ ਨੂੰ ਲੁੱਟਣ ਵਾਲੇ ਹੋਣ, ਚਾਹੇ ਰਾਜਨੀਤਿਕ ਤੌਰ ਤੇ ਰਾਜੇ ਹੋਣ, ਕੋਈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਨਮੁਖ ਨਹੀਂ ਟਿਕ ਸਕਿਆ। ਤੇ ਤਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਜੋ ਕਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਪਲੋਆ, ਸਿੰਘ ਬੁੱਕੈ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੁਆ। ਗੁਰੂ ਨਾਨਕ ਸਾਹਿਬ ਮਹਾਰਾਜ ਸ਼ੇਰ ਦੀ ਤਰ੍ਹਾਂ ਗਰਜਦੇ, ਕੋਈ ਵੀ ਸਤਿਗੁਰ ਦੇ ਸਨਮੁਖ ਨਹੀਂ ਖੜ ਸਕਿਆ। ਤੇ ਇੱਥੋਂ ਤੱਕ ਕਿ ਸਤਿਗੁਰੂ ਜੀ ਦੇ ਉਸ ਪਾਵਨ ਪਵਿੱਤਰ ਉਪਦੇਸ਼ ਦੇ ਨਾਲ, ਸਤਿਗੁਰੂ ਸਾਹਿਬ ਜੀ ਦੀ ਰਵਾਬ ਦੇ ਨਾਲ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਛੋਆ, ਕਿ ਸਤਿਗੁਰੂ ਨੇ ਘਰ ਘਰ ਦੇ ਵਿੱਚ ਕੀਰਤਨ ਹੋਣਿਆ ਲਾ ਦਿੱਤਾ। ਸਾਰੇ ਦੇ ਸਾਰੇ ਪਾਸੇ ਸਤਿਗੁਰੂ ਦੀ ਪਵਿੱਤਰ ਗੁਰਬਾਣੀ ਦਾ ਜਾਪ ਹੋਣ ਲੱਗਾ। ਤੇ ਸਤਿਗੁਰੂ ਨੇ ਸੰਸਾਰ ਨੂੰ ਕਿਵੇਂ ਤਾਰਿਆ? ਆਪਣਾ ਨਾਮ ਜਪਾ ਕੇ ਤਾਰਿਆ? ਨਹੀਂ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਮੇਰੇ ਨਾਮ ਨਾਲ ਨਹੀਂ। ਭਾਈ ਗੁਰਦਾਸ ਸਾਹਿਬ ਕਹਿੰਦੇ ਕਲਯੁਗ ਬਾਬੇ ਤਾਰਿਆ, ਸਤ ਨਾਮ ਪੜ ਮੰਤਰ ਸੁਨਾਇਆ, ਕਲ ਤਾਰਨ ਗੁਰੂ ਨਾਨਕ ਆਇਆ। ਭਾਵ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਕਲਯੁਗ ਨੂੰ ਤਾਰਿਆ, ਸਤਨਾਮ ਦਾ ਮੰਤਰ ਪੜ੍ਹ ਕੇ ਸੁਣਾਇਆ। ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਤਨਾਮ ਦਾ ਉਪਦੇਸ਼ ਦਿੱਤਾ। ਤੇ ਇਹ ਪਾਵਨ ਪਵਿੱਤਰ ਉਪਦੇਸ਼ ਦੇ ਕੇ ਕਲਯੁਗ ਦੇ ਵਿੱਚ ਰਹਿਣ ਵਾਲੇ ਇਹਨਾਂ ਜੀਵਾਂ ਨੂੰ ਤਾਰਿਆ। ਜਿਹਦੇ ਉੱਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਨਜ਼ਰੇ ਰਹਿਮਤ ਹੋ ਗਈ, ਉਹਦਾ ਪਾਰੇ ਉਤਾਰਾ ਹੋ ਗਿਆ। ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਉਦਾਸੀਆਂ ਕਰਕੇ ਸੰਸਾਰ ਦੇ ਸਾਰੇ ਲੋਕਾਂ ਦਾ ਪਾਰੇ ਉਤਾਰਾ ਕੀਤਾ, ਸਾਰੇ ਲੋਕਾਂ ਨੂੰ ਤਾਰਿਆ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਥਾਂ ਦੇ ਉੱਪਰ ਚਰਨਾਂ ਦੇ ਭੋਰੇ ਜਿਹੜੇ ਸਨ ਉਹ ਬਾਨੇ ਸ਼ੁਰੂ ਹੋ ਗਏ। ਅਨਮੋਲ